ਜਿਹੜੇ ਸਾਨੂੰ ਉੱਥੇ ਬੈਠੇ ਕਹਿੰਦੇ ਨੇ ਕਿ ਜੀ ਬਾਹਰ ਬੈਠੇ ਤੁਸੀਂ ਸਾਨੂੰ ਮਰਵਾਉਂਦੇ ਹੋ ਜਾਂ ਤੁਸੀਂ ਰੌਲਾ ਪਾਉਂਦੇ ਹੋ, ਸਾਡੇ ਛਿੱਤਰ ਪੈਂਦੇ ਨੇ। ਉਹਨੇ ਉਹਨਾਂ ਨੂੰ ਆਪਣਾ ਉਹਨਾਂ ਦਾ ਕੋਈ ਰਿਸ਼ਤੇਦਾਰ ਸੀ, ਉਹਨਾਂ ਨੂੰ ਉਹ ਕਹਿੰਦੇ ਉਹ ਗੱਲ ਸੁਣ ਯਾਰ, ਸਾਡੇ ਕੋਲ ਤਾਂ ਖਾਲਿਸਤਾਨ ਹੈ, ਅਸੀਂ ਖਾਲਿਸਤਾਨ 'ਚ ਹੀ ਰਹਿੰਦੇ। ਕੈਨੇਡਾ ਅਮਰੀਕਾ ਜੋ ਸਿਸਟਮ ਹੈ ਜਾਂ ਦੂਜਾ ਹੈ, ਜੇ ਅਸੀਂ ਆਪਣਾ ਸਭ ਕੁਝ ਛੱਡ ਕੇ ਕਦੇ ਪ੍ਰੋਟੈਸਟ ਕਦੇ ਵੈਸੇ ਮਦਦ ਜਾਂ ਦੂਜੇ ਕਰਦੇ ਹਾਂ, ਅਸੀਂ ਤੁਹਾਨੂੰ ਖਾਲਿਸਤਾਨ ਬਣਾ ਕੇ ਦੇਣਾ ਚਾਹੁੰਦੇ ਹਾਂ। ਗਦਰੀ ਬਾਬੇ ਇੱਥੇ ਆਏ ਕਿਵੇਂ? ਸਮੁੰਦਰੀ, ਉਦੋਂ ਤਾਂ ਹਵਾਈ ਜਹਾਜ਼ ਵੀ ਨਹੀਂ ਸੀ, ਸਮੁੰਦਰੀ ਜਹਾਜ਼ਾਂ 'ਚ ਲੇਬਰ ਕਰਕੇ ਮਜ਼ਦੂਰੀ ਕਰਕੇ ਉਹਨਾਂ ਜ਼ਮੀਨਾਂ ਬਣਾਈਆਂ। ਦੂਜਾ ਉਹ ਸਭ ਕੁਝ ਛੱਡ ਛਡਾ ਕੇ ਮਰਨ ਲਈ ਚਲੇ ਗਏ ਫਿਰ, ਇਸ ਲਈ ਕਿਉਂਕਿ ਇੱਥੇ ਰਹਿ ਕੇ ਉਹਨਾਂ ਨੇ ਗੁਲਾਮੀ ਔਰ ਆਜ਼ਾਦੀ ਦੇ ਵਿੱਚ ਫਰਕ ਦੇਖ ਲਿਆ ਸੀ। ਇਹ ਕੋਈ ਕਿਸੇ ਚੀਜ਼ ਦੀ ਕਮੀ ਹੈ ਜੋ ਅਸੀਂ ਵੀ ਆਲਮੋਸਟ 4 ਦਹਾਕਿਆਂ ਤੋਂ ਜ਼ਿਆਦਾ ਦੇ ਐਕਟਿਵਿਜ਼ਮ ਬਾਅਦ ਦੇਖਿਆ। ਲੋਕਾਂ ਦਾ ਇੱਕ ਕ੍ਰੈਡੀਬਲ ਲੀਡਰਸ਼ਿਪ 'ਤੇ ਵਿਸ਼ਵਾਸ ਕਿ ਭਾਈ ਇਹ ਸਾਨੂੰ ਲਿਬਰੇਟ ਕਰਵਾ ਕੇ ਦੇ ਸਕਦੇ ਨੇ। ਭੰਬਲ ਭੂਸੇ ਦਾ ਹਥਿਆਰ ਦੁਸ਼ਮਣ ਤਾਂ ਕਰਦਾ ਹੀ ਕਰਦਾ। ਆਪਣੇ ਜਿਹੜੇ ਨੇ, ਜਿਹੜੇ ਆਪ ਚੱਲ ਕੇ ਥੱਕ ਗਏ ਜਾਂ ਬਹਿ ਗਏ ਜਾਂ ਪਤਾ ਨਹੀਂ ਕੀ ਹੈ, ਉਹੀ ਸਭ ਤੋਂ ਜ਼ਿਆਦਾ ਸ਼ੱਕ ਦੀਆਂ ਗੱਲਾਂ ਖੜੀਆਂ ਕਰ ਦਿੰਦੇ ਨੇ। ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 5 ਮਿਲੀਅਨ ਸਿੱਖ ਡਾਇਸਪੋਰਾ ਨੇ ਤਾਂ ਖਾਲਿਸਤਾਨ ਨੂੰ ਲਿਬਰੇਟ ਕਰਾਉਣ ਲਈ ਜ਼ੋਰਦਾਰ ਜਿਹੜੀ ਪੇਸ਼ਕਦਮੀ ਕੀਤੀ ਹੈ ਔਰ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਉਤਰਾਅ ਚੜ੍ਹਾਅ ਦਾ ਜਿਹੜਾ ਦੌਰ ਹੈ ਉਹ ਰਹਿੰਦਾ। ਸੋ ਭਾਈ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਦੇ ਸੀਨ ਤੇ ਆਮਦ ਨੇ ਨੌਜਵਾਨਾਂ ਵਿੱਚ ਜਿਹੜੀ ਕੌਮੀ ਘਰ ਦੀ ਜਿਹੜੀ ਤਾਂਘ ਹੈ ਉਹ ਭਰਨੀ ਸ਼ੁਰੂ ਕੀਤੀ ਸੀ। ਪਰ ਭਾਰਤੀ ਸਟੇਟ ਉਸ ਧਰਤੀ ਤੇ ਨਿੱਘ ਜਿਹੜੀ ਆਵਾਜ਼ ਨੂੰ ਕੁਚਲਣ ਲਈ ਹਰ ਨੀਚ ਤੇ ਘਟੀਆ ਹਰਬਾ ਜਿਹੜਾ ਉਹ ਵਰਤ ਰਹੀ ਹੈ। ਸੋ ਭਾਰਤੀ ਕਬਜ਼ੇ ਹੇਠਲੇ ਸਿੱਖ ਕੀ ਖਾਲਿਸਤਾਨ ਦੀ ਆਜ਼ਾਦੀ ਲਈ ਅਤੇ ਗੁਲਾਮੀ ਦੇ ਸੰਗਲ ਕੱਟਣ ਲਈ ਵਚਨਬੱਧ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਫੇਸਬੁੱਕ ਦੇ ਉੱਤੇ ਸਾਡੇ ਨਾਲ ਲਾਈਵ ਨੇ, ਉਹਨਾਂ ਨੂੰ ਅਸੀਂ ਐਕਨੋਲੇਜ ਕਰਨਾ ਚਾਹੁੰਦੇ ਜੀ। ਵੀਰ ਕਮਲ ਸਿੰਘ ਲਿਖਦੇ ਨੇ, ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪ ਗ੍ਰਿਫਤਾਰ ਹੋਣ ਦਾ ਰਾਹ ਚੁਣਨਾ ਪਿਆ ਕਿਉਂਕਿ ਉਸ ਦੇ ਰੂਹ-ਪੇਸ਼ ਹੋਣ ਦੌਰਾਨ ਕਿਸੇ ਵੀ ਪੰਥਕ ਹੋਂਦੀ ਧਿਰ ਜਾਂ ਹੋਰਾਂ ਵੱਲੋਂ ਬਾਂਹ ਨਹੀਂ ਫੜੀ ਗਈ, ਨਾ ਹੀ ਉਹਨਾਂ ਦੇ ਕਾਰਜ ਨੂੰ ਸਲਾਹਿਆ ਜਾਂ ਅਪਣਾਇਆ ਗਿਆ, ਸਿਵਾਏ ਬਾਹਰਲੇ ਸਿੱਖਾਂ। ਬਿਲਕੁਲ, ਬਾਹਰਲੇ ਸਿੱਖਾਂ ਨੂੰ ਚਾਹੀਦਾ ਹੈ ਕਿ ਲੰਮੀ ਵਿਉਂਤ ਬਣਾ ਕੇ ਚੱਲਣ। ਹਰ ਦੇਸ਼ ਵਿੱਚ ਹਰ ਮਹੀਨੇ ਇੱਕ ਪ੍ਰੋਟੈਸਟ ਹੋਵੇ, ਸਿਰਫ ਇੱਕ ਸ਼ਹਿਰ ਵਿੱਚ ਤੇ ਦੂਜੇ ਮਹੀਨੇ ਦੂਸਰੇ ਸ਼ਹਿਰ ਵਿੱਚ। ਇਹ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਜਾਵੇ। ਮੁੱਦੇ ਭਾਵੇਂ ਸਮੇਂ ਥੋੜੇ ਮੁਤਾਬਕ ਥੋੜੇ ਬਹੁਤ ਬਦਲਦੇ ਰਹਿਣ। ਵੀਰ ਕਮਲ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਸਾਡੀ ਵੀ ਜਿਹੜੀ ਰਾਏ ਅਸੀਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਦਿੱਤੀ ਕਿ ਜੇ ਉਹਨਾਂ ਦੇ ਕੋਲ ਕੋਈ ਚੋਇਸ ਹੈ ਤੇ ਬਿਹਤਰ ਹੈ ਕਿ ਉਹ ਆਪਣੇ ਆਪ ਨੂੰ ਬਾਹਰ ਰਹਿ ਕੇ ਸਰਵਾਈਵ ਕਰਨ ਔਰ ਲੀਡ ਕਰਨ। ਲੇਕਿਨ ਜਿਵੇਂ ਉੱਥੋਂ ਦਾ ਮਾਹੌਲ ਬਣਾ ਦਿੱਤਾ ਗਿਆ, ਆਪਣਿਆਂ ਵੱਲੋਂ ਵੀ ਕੋਈ ਧਿਰ ਵੀ ਨਾਲ ਨਹੀਂ ਖਲੋਤੀ, ਉਹਨਾਂ ਹਾਲਾਤਾਂ 'ਚ ਉਹਨਾਂ ਨੇ ਇਸ ਗੱਲ ਨੂੰ ਬਿਹਤਰ ਸਮਝਿਆ ਕਿ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਨ। ਔਰ ਜਿਹੜਾ ਤੁਹਾਡਾ ਦੂਸਰਾ ਸੁਝਾਅ ਵੀ ਹੈ, ਇਹ ਬਹੁਤ ਕਾਰਗਰ ਸੁਝਾਅ ਹੈ ਕਿ ਇਹ ਨਾ ਹੋਏ ਕਿ ਭਾਈ ਉਹ ਉੱਥੇ ਜੇਲ੍ਹਾਂ ਦੇ ਵਿੱਚ ਸੜਦੇ ਰਹਿਣ ਔਰ ਅਸੀਂ ਵੀ 25-30 ਸਾਲ ਫਿਰ ਵੇਟ ਕਰਦੇ ਰਹੀਏ ਕਿ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਗੱਲ ਕਰਨੀ ਹੈ। ਹੁਣ ਹੀ ਇਸ ਮੁੱਦੇ ਦੇ ਉੱਤੇ, ਕਿਉਂਕਿ ਇਹ ਸਾਰੇ ਬੇਗੁਨਾਹ ਨੇ, ਇਹ ਪੋਲੀਟੀਕਲ ਪ੍ਰਿਜ਼ਨਰਸ ਨੇ, ਪ੍ਰਿਜ਼ਨਰਸ ਆਫ ਕੌਨਸ਼ੀਅੰਸ ਨੇ, ਔਰ ਇਹਨਾਂ ਨੂੰ ਲੈ ਕੇ ਜਿਹੜਾ ਇੰਟਰਨੈਸ਼ਨਲ ਦਬਾਅ ਹੈ ਸਾਨੂੰ ਬਣਾਇਆ ਰੱਖਣਾ ਚਾਹੀਦਾ। ਵੀਰ ਦੀਪ ਸਿੰਘ ਹੋਰਾਂ ਨੇ, ਕਮਲ ਸਿੰਘ ਹੋਰਾਂ ਨੂੰ ਕਿਹਾ ਕਿ ਗੁਰੂ ਤੋਂ ਇਲਾਵਾ ਆਸ ਵੀ ਕਿਸੇ ਤੇ ਨਹੀਂ ਹੋਣੀ ਚਾਹੀਦੀ। ਦੀਪ ਸਿੰਘ ਜੀ, ਤੁਸੀਂ ਬਿਲਕੁਲ ਠੀਕ ਕਿਹਾ, ਸਟਰੈਂਥ ਤਾਂ ਇਹੀ ਹੈ, ਫਿਰ ਵੀ ਹਿਰਖ ਵੀ ਆਪਣਿਆਂ ਤੇ ਹੀ ਹੁੰਦਾ, ਕਿਉਂਕਿ ਉਹਨਾਂ ਨੂੰ ਅਸੀਂ ਆਪਣੇ ਕਹਿੰਦੇ ਹਾਂ, ਬਗਾਨਿਆਂ ਦਾ ਤਾਂ ਨਹੀਂ ਹੁੰਦਾ। ਸੋ ਇਹ ਮੈਨੂੰ ਵੀ ਇਸ ਗੱਲ ਦਾ ਅਫਸੋਸ ਹੈ ਔਰ ਮੈਂ ਆਪਣੀ ਸਾਰੀ ਵਿਜ਼ਿਟ ਵੇਲੇ ਵੀ ਔਰ ਹਰ ਇੱਕ ਨੂੰ ਜਿਹੜਾ ਹੂਐਵਰ ਮੈਟਰਸ, ਮੈਂ ਕਿਹਾ ਜੀ ਇਹ ਕਦੇ ਜਸਟੀਫਾਈ ਨਹੀਂ ਹੋਣਾ ਜੋ ਪਾਰਟ ਸਾਡੀਆਂ ਧਿਰਾਂ ਨੇ ਇਸ ਸਾਰੇ ਮੁੱਦੇ ਤੇ ਅਪਣਾਇਆ। ਕਿਰਨਜੀਤ ਕੌਰ ਭੈਣ ਜੀ ਲਿਖਦੇ ਨੇ, ਅਜਨਾਲੇ ਦੀ ਘਟਨਾ ਤੋਂ ਪਹਿਲਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੇਸ ਦਰਜ ਹੋ ਚੁੱਕੇ ਸਨ। ਅਜਨਾਲੇ ਦੀ ਘਟਨਾ ਨੂੰ ਸਿਰਫ ਬਹਾਨਾ ਬਣਾਇਆ ਗਿਆ। ਭਾਈ ਸਾਹਿਬ ਦੀ ਗ੍ਰਿਫਤਾਰੀ ਤੋਂ ਇੱਕ ਦਿਨ ਬਾਅਦ ਹੀ ਬੇਅਦਬੀ ਦੀ ਘਟਨਾ ਦੱਸਦੀ ਹੈ ਕਿ ਸਿੱਖਾਂ ਨੂੰ ਟੋਹ ਕੇ ਦੇਖਿਆ ਜਾ ਰਿਹਾ ਹੈ ਕਿ ਇਹ ਕਿੰਨੇ ਕੁ ਯੋਗ ਹਨ। ਭੈਣ ਜੀ ਕਿਰਨਜੋਤ ਕੌਰ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਇਹ ਟੈਸਟਿੰਗ ਆਫ ਵਾਟਰਸ ਹੈ, ਅਗੇਨ ਐਂਡ ਅਗੇਨ ਡਾਈਵਰਸਿਵ ਟੈਕਟਿਕ ਵੀ ਹੈ ਕਿ ਵੀ ਤੁਹਾਨੂੰ ਡਾਈਵਰਟ ਵੀ ਕਰ ਰਹੇ ਨੇ, ਪਰ ਉਹ ਦੱਸ ਵੀ ਰਹੇ ਨੇ ਕਿ ਭਾਈ ਇਹ ਟੈਸਟ ਵੀ ਕਰ ਰਹੇ ਨੇ ਵੀ ਤੁਸੀਂ ਕਿੰਨੇ ਕੁ ਪਾਣੀ 'ਚੋਂ।
ਦੀਪ ਸਿੰਘ ਕਹਿੰਦੇ ਨੇ ਕਿਰਨਜੋਤ ਕੌਰ ਸਾਰੇ ਕੇਸ ਝੂਠੇ ਹਨ, ਜਿਵੇਂ ਭਾਰਤੀ ਤੰਤਰ ਹੀ ਝੂਠਿਆਂ ਦਾ ਹੈ। ਬ੍ਰਾਹਮਣਵਾਦ ਦੀ ਦੁਕਾਨ ਚਲਦੀ ਹੀ ਝੂਠ ਦੇ ਸਹਾਰੇ ਤੇ ਹੈ, ਕਿਉਂਕਿ ਉਸ ਦੇ ਸਹਾਰੇ ਖੜਾ ਹੈ। ਬਿਲਕੁਲ ਦੀਪ ਸਿੰਘ ਜੀ ਉਹਨਾਂ ਨੇ ਵੀ ਕੋਈ ਇਹ ਤਾਂ ਨਹੀਂ ਕਿਹਾ ਹੈ ਵੀ ਕੇਸ ਸੱਚੇ ਨੇ, ਉਹਨਾਂ ਨੇ ਤਾਂ ਪੁਆਇੰਟ ਆਊਟ ਇਹੀ ਕੀਤਾ ਹੈ ਕਿ ਇਹ ਕੇਸ ਪਹਿਲਾਂ ਦੇ ਉਹਨਾਂ ਨੇ ਰਜਿਸਟਰ ਕੀਤੇ ਹੋਏ ਨੇ। ਬੌਬ ਸਿੰਘ ਕਹਿੰਦੇ ਨੇ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਤੁਰੰਤ ਸੋਧਾ ਲਾਉਣਾ ਹੀ ਖਾਲਸਾਈ ਰਵਾਇਤ ਦਾ ਕਾਨੂੰਨ ਹੈ। ਸਿੱਖ ਹੀ ਕਿਉਂ ਪੀਸਫੁਲ ਰਾਹ ਅਪਣਾਉਣ, ਗੁਰੂ ਦੀ ਬੇਅਦਬੀ ਕਰਨ ਵਾਲੇ ਦੇ ਮੌਕੇ ਤੇ ਹੀ ਬਾਹਾਂ ਪੈਰ ਵੱਢ ਕੇ ਸੁੱਟ ਦੇਣਾ ਚਾਹੀਦਾ ਹੈ। ਬੌਬ ਸਿੰਘ ਜੀ ਕਿਹਾ ਤਾਂ ਤੁਸੀਂ ਠੀਕ ਹੈ, ਲੇਕਿਨ ਤੁਸੀਂ ਜ਼ਰਾ ਜਦੋਂ ਪਟਿਆਲੇ ਦੇ ਵਿੱਚ ਇੱਕ ਨਿਹੰਗ ਸਿੰਘ ਨੇ ਗੁੱਟ ਵੱਢਿਆ, ਹਾਲਾਂਕਿ ਉਸ ਦੇ ਉੱਤੇ ਪਹਿਲਾਂ ਹਮਲਾ ਪੁਲਸੀਆਂ ਦਾ ਸੀ, ਤੇ ਫਿਰ ਆਪਣਿਆਂ ਦਾ ਹੀ ਰਿਐਕਸ਼ਨ ਕੱਢ ਕੇ ਦੇਖ ਲਓ ਕੀ ਨੇ। ਜਿਹੜੀ ਸਿੰਘੂ ਬਾਰਡਰ ਦੇ ਉੱਤੇ ਘਟਨਾ ਹੋਈ ਇਹਨਾਂ ਦੇ ਰਾਜਾ ਸਿੰਘ ਹੋਰਾਂ ਦੇ ਜੱਥੇ ਦੇ ਵੇੜੇ, ਅਮਨਦੀਪ ਜਿਹੜੇ ਵੀ ਸੀ ਉੱਥੇ। ਸੋ ਕਈ ਵਾਰ ਕੁਝ ਗੱਲਾਂ ਕਹਿਣੀਆਂ ਅਸੀਂ ਚਾਹੁੰਦੇ ਹਾਂ ਕਿ ਭਾਈ ਇਵੇਂ ਹੋਏ, ਲੇਕਿਨ ਬਹੁਤ ਵਾਰ ਆਪਣਿਆਂ ਨੂੰ ਹੀ ਅਸੀਂ ਆਪਣੇ ਹੀ ਜਿਹੜਾ ਹੈ ਉਹ ਬਹੁਤ ਸਾਰੇ ਸਬਕ ਪੜਾਉਣ ਲੱਗ ਜਾਂਦੇ। ਦਲਜੀਤ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਨੀਲਮ ਕੌਰ ਸਾਰੀ ਟੀਮ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਬਾਬਾ ਰਾਮ ਸਿੰਘ ਦਮਦਮੀ ਟਕਸਾਲ ਵਾਲਿਆਂ 4 ਮਈ ਨੂੰ ਖਾਲਸਾ ਵਹੀਰ ਸ਼ੁਰੂ ਉਹ ਕਰ ਰਹੇ ਨੇ, ਬਹੁਤ ਚੰਗੀ ਗੱਲ ਹੈ। ਖਬਰ ਮੈਂ ਵੀ ਦੇਖੀ ਹੈ, ਬਟ ਮੈਂ ਕਿਉਂਕਿ ਅਜੇ ਕਨਫਰਮ ਨਹੀਂ ਸੀ ਕੀਤਾ, ਮੀਡੀਆ ਨਿਊਜ਼ ਹੀ ਸੀ। ਬਹੁਤ ਚੰਗੀ ਗੱਲ ਹੈ ਔਰ ਅਸੀਂ ਸਮਝਦੇ ਹਾਂ ਕਿ ਹਾਈਲੀ ਐਪਰੀਸ਼ੀਏਬਲ ਹੈ। ਬਲਪ੍ਰੀਤ ਕੌਰ ਸਰਨਪੈਨ ਜੀ ਉਹਨਾਂ ਨੇ ਫਤਿਹ ਬੁਲਾਈ ਹੈ, ਸਿੱਖ ਢਿੱਲੋਂ ਉਹਨਾਂ ਨੇ ਫਤਿਹ ਬੁਲਾਈ ਹੈ ਔਰ ਉਹਨਾਂ ਨੇ ਕਿਹਾ ਵੀ ਕੋਈ ਹੱਲ ਹੈ, ਖਾਲਿਸਤਾਨ ਜ਼ਿੰਦਾਬਾਦ। ਮੁਹੰਮਦ ਅਸਲਮ ਚੌਧਰੀ ਕਹਿੰਦੇ ਨੇ ਐਵਰੀ ਇਵੈਂਟ ਇਜ਼ ਇੰਪੀਟਸ ਟੂ ਖਾਲਿਸਤਾਨ ਮੂਵਮੈਂਟ ਇਨਸ਼ਾਅੱਲਾ। ਬਿਲਕੁਲ ਠੀਕ ਹੈ, ਇਹ ਇੱਕ ਦੇ ਨਾਲ ਇੱਕ ਗੱਲ ਜੁੜਦੀ ਜਾਂਦੀ ਹੈ। ਕੋਈ ਵੀ ਚੀਜ਼ ਭਾਵੇਂ ਕਈ ਵਾਰ ਦੁਖਾਂਤ ਵੀ ਲੱਗ ਰਿਹਾ ਹੁੰਦਾ ਵਕਤੀ ਤੌਰ ਤੇ, ਪਰ ਉਸ ਚੋਂ ਵੀ ਜਿਹੜਾ ਹੈ ਉਹ ਕਦਮ ਸਾਡੇ ਅੱਗੇ ਵੱਲ ਜਾ ਰਹੇ ਨੇ। ਔਰ ਫਿਰ ਉਹਨਾਂ ਨੇ ਸਾਡੀ ਸਪੀਚ ਦੀ ਵਰਡ ਬਾਈ ਵਰਡ ਐਂਡ ਪੁਆਇੰਟ ਬਾਈ ਪੁਆਇੰਟ ਇਟ ਵਾਜ਼ ਐਨ ਐਕਸਲੈਂਟ ਸਪੀਚ। ਬਹੁਤ ਸ਼ੁਕਰੀਆ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਜੋ ਕਿਹਾ ਉਸ ਨੂੰ ਵੀ ਮੈਂ ਹਾਲਾਂ ਥੋੜ੍ਹੇ ਉਹਦੇ ਕੰਟੈਂਟ ਮੈਂ ਡਿਸਕਸ ਕੀਤੇ ਨੇ, ਬਟ ਬਿਲਕੁਲ ਟੂ ਦਾ ਪੁਆਇੰਟ। ਮੁਹੰਮਦ ਅਸਲਮ ਚੌਧਰੀ ਕਹਿੰਦੇ ਮੇ ਅੱਲਾ ਪ੍ਰੋਟੈਕਟ ਹਿਮ ਐਂਡ ਆਲ। ਫਿਰ ਮੁਹੰਮਦ ਅਸਲਮ ਕਹਿੰਦੇ ਨੇ ਆਈ ਵਿਸ਼ ਟੂ ਬੀ ਦੇਅਰ, ਹਜ਼ਾਰ ਐਸਰੀ ਪੈਰੇਡ ਦਾ ਜ਼ਿਕਰ ਹੈ। ਮਨਿੰਦਰਜੀਤ ਸਿੰਘ ਕਹਿੰਦੇ ਨੇ ਸੁਣ ਰਹੀ ਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਇਹ ਬਾਤ, ਸਾਡਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ। ਬਿਲਕੁਲ ਹੋਪ। ਇਹ ਅਫਸਲ ਅਹਿਸਨ ਰੰਧਾਵਾ ਜਿਨ੍ਹਾਂ ਨੇ 9 ਜੂਨ 1984 ਨੂੰ ਨਵਾਂ ਘੱਲੂਕਾਰਾ ਨਜ਼ਮ ਲਿਖੀ, ਉਸ ਦੀਆਂ ਕਨਕਲੂਡਿੰਗ ਲਾਈਨਾਂ ਇਹੀ ਸੀ, ਸੁਣ ਰਹੀ ਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਇਹ ਬਾਤ, ਸਾਡਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ। ਵੀਰ ਜਸਵੀਰ ਸਿੰਘ ਫਤਿਹ ਬੁਲਾਉਂਦੇ ਨੇ। ਕੁਲਰਾਜ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਨਜੀਤ ਕੌਰ ਫਿਰ ਕਹਿੰਦੇ ਨੇ ਬੇਅਦਬੀ ਕਰਨ ਵਾਲੇ ਬੰਦੇ ਦੇ ਪੱਗ ਬੰਨੀ ਹੋਈ ਹੈ ਪਰ ਉਹ ਈਸਾਈ ਬਣ ਗਿਆ ਹੋਇਆ। ਬਿਲਕੁਲ ਠੀਕ। ਹੁਣ ਥੱਲੇ ਜਿਹੜਾ ਉਸ 'ਤੇ ਸਵਾਲ ਵੀ ਹੈ ਕਿ ਵੀ ਉਹ ਜਿਹੜਾ ਵੀ ਕੋਈ ਹੈ ਉਹ ਬਾਹਮਣ ਜਿਹੜਾ ਉਹ ਬੀਜੇਪੀ ਜਾਂ ਕਿਸੇ ਨਾਲ ਵੀ ਹੈ ਤਾਂ ਇਹ ਡੀਪ ਏਜੰਸੀ ਦਾ ਕੰਮ ਹੈ। ਉਹ ਪੱਗ ਵਾਲੇ ਤੋਂ ਕਰਾਨ, ਪੱਗ ਨੀਲੀ ਹੋਏ, ਕਾਲੀ ਹੋਏ, ਹਰੀ ਹੋਏ, ਡਜ਼ਨਟ ਮੈਟਰ। ਫਿਰ ਰਵਿੰਦਰ ਸਿੰਘ ਫਤਿਹ ਬੁਲਾ ਕਹਿੰਦੇ ਨੇ ਆਜ਼ਾਦੀ ਹੀ ਹੱਲ ਹੈ, ਸ਼ੁੱਡ ਬੀ ਡਿਸਪਲੇਡ ਐਵਰੀਵੇਅਰ ਵੀ ਕੈਨ। ਇਹਦੇ ਲਈ ਐਫਰਟ ਵੀ ਹੋਣਾ ਜ਼ਰੂਰੀ ਹੈ। ਔਰ ਸਰ ਬਲਦੇਵ ਸਿੰਘ ਬਾਜਵਾ ਫਤਿਹ ਬੁਲਾਉਂਦੇ ਨੇ ਤੇ ਉਹਨਾਂ ਨੇ ਐਕਸਲੈਂਟ ਸਪੀਚ ਕਿਹਾ। ਉਹ ਜਿਹੜਾ ਸਾਡੀ ਸਪੀਚ ਹੈ ਉਹਦੇ ਥੱਲੇ ਵੀ ਬਾਜਵਾ ਸਾਹਿਬ ਦਾ ਕਾਮੈਂਟ ਹੈ। ਫਿਰ ਦਲਜੀਤ ਸਿੰਘ ਹੋਰਾਂ ਨੇ ਅਗੇਨ 4 ਮਈ ਦਾ ਜ਼ਿਕਰ ਕੀਤਾ ਹੈ ਕਿ ਰਾਮ ਸਿੰਘ ਜੀ ਸ਼ੁਰੂ ਕਰ ਰਹੇ ਨੇ। ਔਰ ਮੁਹੰਮਦ ਅਸਲਮ ਚੌਧਰੀ ਕਹਿੰਦੇ ਨੇ ਅੱਲਾਹ ਤਾਲਾ ਉਮਰੇ ਖਿਜ਼ਰ ਦੇ आप अपने एफर्ट्स का सिट्टा देखें। बहुत बहुत शुक्रिया मोहम्मद साहब। सोन सिंह माल फतेह बुलांदे ने। कुंदन सिंह वेरी गुड शो, आई लव सरी BC नगर कीर्तन, खालिस्तान जिंदाबाद। भी साडे पुराने प्यारे दोस्त भी ने, एडमिंटन तो एक्टिविस्ट भी ने खुद। बहुत बहुत शुक्रिया कुंदन सिंह जी। गुरदीप सिंह, परवेज़ खान, मोहम्मद असलम, फिर दीप सिंह और उन्होंने सारिਆਂ ਦਾ ਅਸੀਂ शुक्रिया अदा करते हैं। बेशक घड़ी अगे जाने की इजाज़त नहीं दिंदी, पर मैं कनक्लूजन च जरूर ये कहना चाहता कि 5 मिलियन सिख डायस्पोरा ने तो अपना मैसेज इस अप्रैल के महीने के हवाले नाल ही देखिए। हालांकि रिपीटडली किसान मूवमेंट वेले भी ज़ाहिर सी, उस तो बाद भी भाई अमृतपाल सिंह होरां दे
ਜਦੋਂ ਇਹ ਸਾਰਾ ਪਾਰਟ ਹੁੰਦਾ ਹੈ ਜੋ ਕੁਛ ਅਜਨਾਲਾ ਔਰ ਦੂਸਰੇ 'ਚ ਹੁੰਦਾ ਹੈ, ਅੱਛਾ ਜਿਵੇਂ ਬਾਹਰ ਸਿੱਖ ਖਲੋਤੇ ਡਟ ਕੇ ਥਾਂ ਥਾਈਂ ਇਹ ਸਾਹਮਣੇ। ਲੇਕਿਨ ਜੇ ਅਸੀਂ ਪੰਜਾਬ ਦੇ ਸਿੱਖਾਂ ਦੇ ਹਵਾਲੇ ਨਾਲ ਗੱਲ ਕਰੀਏ, ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਬੈਠੇ ਸਿੱਖ ਤਾਂ ਇੱਕ ਕਿਸਮ ਨਾਲ ਪ੍ਰਿਜ਼ਨਰ ਆਫ ਵਾਰ ਹੀ ਨੇ। ਉਹਨਾਂ ਨੂੰ ਤਾਂ ਡਰਾਇਆ ਹੋਇਆ ਹੈ, ਉਹ ਤਾਂ ਘਬਰਾਹਟ ਦੇ ਵਿੱਚ ਵੀ ਨੇ। ਗੁਰਦੁਆਰਾ ਕਮੇਟੀਆਂ RSS BJP ਨੇ, ਉਹ ਹਜ਼ੂਰ ਸਾਹਿਬ ਕਮੇਟੀ ਹੋਏ, ਪਟਨਾ ਸਾਹਿਬ ਹੋਏ, ਦਿੱਲੀ ਕਮੇਟੀ 'ਚ ਕਾਲਕਾ ਤੇ ਉਹ ਸਿਰਸਾ, ਜਿਹੜੇ ਉਹ ਦੋ ਕਾਂ ਜਿਹੜੇ BJP ਨੇ ਰੱਖੇ ਹੋਏ ਨੇ, ਉਹ ਜਿੱਧਰ ਮਰਜੀ ਕਾਂ ਕਰਨ ਉਹਨਾਂ ਨੂੰ ਛੱਡ ਦਿੰਦੇ ਨੇ। ਉਸ ਗੋਲਕ ਤੇ ਵੀ ਕਬਜ਼ਾ ਹੈ ਔਰ ਉਹ BJP ਦਾ ਹੈੱਡਕੁਆਟਰ ਹੀ ਬਣਿਆ ਹੋਇਆ। ਪੰਜਾਬ ਹਰਿਆਣਾ ਕਮੇਟੀ ਵੀ ਉਹਨਾਂ ਨੇ ਅੱਡ ਕਰਕੇ ਜਿਸ ਕਿਸਮ ਦਾ ਉਹ ਮਹੰਤ ਬਣਾ ਦਿੱਤਾ, ਖੱਟੜ ਦਾ ਸਿੱਧਾ ਹੀ ਉਹਦਾ ਲੈਫਟੈਨ ਹੀ ਆ ਉਹ। ਤੇ ਪੰਜਾਬ ਦੇ ਵਿੱਚ ਵੀ ਜੋ ਹਾਲ ਇਸ ਸਾਰੇ ਬਾਦਲ ਅਕਾਲੀ ਦਲ ਦਾ, ਇਹ ਤਾਂ ਡੀਕਦੇ ਨੇ ਕਿ ਅਮਿਤ ਸ਼ਾਹ ਦੀ ਕਦੋਂ ਕਾਲ ਆਏ ਕਿ ਭਾਈ ਅਸੀਂ ਵਾਪਸ ਅਲਾਇੰਸ ਕਰਦੇ ਹਾਂ। ਪਰ ਹੁਣ BJP ਜਲੰਧਰ 'ਚ ਆਪਣੇ ਵਾਟਰ ਟੈਸਟ ਕਰ ਰਹੀ ਹੈ ਪਾਰਲੀਮੈਂਟਰੀ ਚੋਣ ਦੇ ਵਿੱਚ, ਔਰ ਇਸ ਗੱਲ ਨੂੰ ਇਨਕਾਰਿਆ ਨਹੀਂ ਜਾ ਸਕਦਾ। BJP ਇਸ ਸੀਟ ਨੂੰ ਕੱਢ ਵੀ ਸਕਦੀ ਹੈ। ਅਸੀਂ ਕਿਸੇ ਦਿਨ ਫਿਰ ਇਸ ਦੀ ਗੱਲ ਕਰਾਂਗੇ ਔਰ ਇਸ ਦੇ ਨਾਲ ਫਿਰ ਅਸੀਂ ਦੇਖਾਂਗੇ ਕਿ ਹੋਰ ਵੱਡੀ ਗਿਣਤੀ 'ਚ ਜਿਹੜੇ ਕਾਂਗਰਸ 'ਚ ਜਾਂ ਬਾਦਲਾਂ ਜਾਂ ਦੂਜੇ ਬੈਠੇ ਨੇ, ਉਹ ਇਸ ਪਾਸੇ ਵੱਲ ਸਿੱਖ ਚਿਹਰੇ, ਉਹਨਾਂ ਨੂੰ ਲੱਗੇਗਾ ਕਿ ਵੀ ਹੁਣ BJP ਪੰਜਾਬ ਦਾ ਫਿਊਚਰ ਹੈ ਪਾਵਰ ਦੇ ਲਿਹਾਜ਼ ਨਾਲ, ਭੁੱਖੇ ਪਾਵਰ ਦੇ। ਲੇਕਿਨ ਦੇਖੋ ਇੱਕ ਸੱਜਣ ਕੈਨੇਡਾ 'ਚ ਵੀ ਕਹਿਣ ਲੱਗਿਆ ਵੀ ਜਿਹੜੇ ਸਾਨੂੰ ਉੱਥੇ ਬੈਠੇ ਕਹਿੰਦੇ ਨੇ ਕਿ ਜੀ ਬਾਹਰ ਬੈਠੇ ਤੁਸੀਂ ਸਾਨੂੰ ਮਰਵਾਉਂਦੇ ਹੋ ਜਾਂ ਤੁਸੀਂ ਰੌਲਾ ਪਾਉਂਦੇ ਹੋ, ਸਾਡੇ ਛਿੱਤਰ ਪੈਂਦੇ ਨੇ। ਉਹਨਾਂ ਨੂੰ ਆਪਣਾ, ਉਹਨਾਂ ਦਾ ਕੋਈ ਰਿਸ਼ਤੇਦਾਰ ਸੀ, ਉਹਨਾਂ ਨੂੰ ਉਹ ਕਹਿੰਦੇ ਉਹ ਗੱਲ ਸੁਣ ਯਾਰ, ਸਾਡੇ ਕੋਲ ਤਾਂ ਖਾਲਿਸਤਾਨ ਹੈ, ਅਸੀਂ ਖਾਲਿਸਤਾਨ 'ਚ ਹੀ ਰਹਿੰਦੇ ਹਾਂ। ਕੈਨੇਡਾ ਅਮਰੀਕਾ ਜੋ ਸਿਸਟਮ ਹੈ ਜਾਂ ਦੂਜਾ ਹੈ, ਜੇ ਅਸੀਂ ਆਪਣਾ ਸਭ ਕੁਝ ਛੱਡ ਕੇ ਕਦੇ ਪ੍ਰੋਟੈਸਟ ਕਦੇ ਵੈਸੇ ਮਦਦ ਜਾਂ ਦੂਜੇ ਕਰਦੇ ਹਾਂ, ਅਸੀਂ ਤੁਹਾਨੂੰ ਖਾਲਿਸਤਾਨ ਬਣਾ ਕੇ ਦੇਣਾ ਚਾਹੁੰਦੇ ਹਾਂ ਕਿ ਭਾਈ ਤਾਂ ਕਿ ਤੁਸੀਂ ਵੀ ਉਸ ਕਿਸਮ ਦੇ ਸਾਫ ਸੁਥਰੇ ਇਮਾਨਦਾਰ ਸਿਸਟਮ ਔਰ ਦੂਸਰੇ 'ਚ ਹੋ। ਔਰ ਇਹ ਗੱਲ ਗਲਤ ਨਹੀਂ ਹੈ। ਹੁਣ ਜੇ ਅਸੀਂ ਇਹ ਕਹੀਏ ਕਿ ਵੀ ਇਹਨਾਂ ਮੁਲਕਾਂ 'ਚ ਜਿਹੜਾ ਵੀ ਹੈ ਸਿਸਟਮ ਸਾਫ ਸਿਸਟਮ ਹੈ, ਇਹਦੇ 'ਚ ਆ ਕੇ ਆਪਣਿਆਂ ਨੇ ਮਿਹਨਤਾਂ ਕੀਤੀਆਂ ਨੇ। ਹੁਣ ਤੁਸੀਂ ਸਰੀ 'ਚ ਜਾਓ, ਕੱਲੇ ਦੇ ਘਰ 'ਚ ਜਾਓ, ਤੁਹਾਨੂੰ ਲੱਗਦਾ ਬਾਦਸ਼ਾਹ ਦਾ ਘਰ ਹੈ, ਕਿਉਂਕਿ ਮਿਹਨਤ ਨਾਲ ਬਣਾਇਆ ਹੋਇਆ। ਉਹਨਾਂ ਨੇ ਮਿਹਨਤ ਕਰਕੇ ਛੋਟੇ ਜਿਹੇ ਔਡ ਜੌਬ ਕਰਕੇ ਹਰ ਸਹੂਲਤ ਉਹਨਾਂ ਕੋਲ ਹੈ। ਹੁਣ ਨਗਰ ਕੀਰਤਨ 'ਚ ਸੀ, ਕਿਹੜੀ ਗੱਡੀ ਹੈ ਦੁਨੀਆ ਦੀ ਸਭ ਤੋਂ ਮਹਿੰਗੇ ਜਿਹੜੀ ਸਿੱਖਾਂ ਕੋਲ ਨਹੀਂ ਹੈ। ਸੋ ਇਹ ਨਹੀਂ ਹੈ ਕਿ ਵੀ ਉਹਨਾਂ ਦਾ ਕੋਈ ਦਿਮਾਗ ਖਰਾਬ ਹੋਇਆ ਕਿ ਵੀ ਉਹਨਾਂ ਨੇ ਜਿਹੜਾ ਉਹ ਜ਼ਰੂਰੀ ਇਸ ਲਈ, ਕਿਉਂਕਿ ਉਹ ਮਹਿਸੂਸ ਕਰਦੇ ਨੇ ਕਿ ਭਾਈ ਜਿਨ੍ਹਾਂ ਆਜ਼ਾਦੀਆਂ ਨੂੰ ਅਸੀਂ ਮਾਣਿਆ, ਔਰ ਇਹੀ ਰੀਜ਼ਨ ਸੀ ਜੇ ਗਦਰੀ ਬਾਬੇ ਇੱਥੇ ਆਏ, ਕਿਵੇਂ ਸਮੁੰਦਰੀ, ਉਦੋਂ ਤਾਂ ਹਵਾਈ ਜਹਾਜ਼ ਵੀ ਨਹੀਂ ਸੀ, ਸਮੁੰਦਰੀ ਜਹਾਜ਼ਾਂ 'ਚ ਲੇਬਰ ਕਰਕੇ ਮਜ਼ਦੂਰੀ ਕਰਕੇ ਉਹਨਾਂ ਜ਼ਮੀਨਾਂ ਬਣਾਈਆਂ। ਦੂਜਾ ਉਹ ਸਭ ਕੁਝ ਛੱਡ ਕੇ ਮਰਨ ਲਈ ਚਲੇ ਗਏ ਫਿਰ, ਇਸ ਲਈ ਕਿਉਂਕਿ ਇੱਥੇ ਰਹਿ ਕੇ ਉਹਨਾਂ ਨੇ ਗੁਲਾਮੀ ਔਰ ਆਜ਼ਾਦੀ ਦੇ ਵਿੱਚ ਫਰਕ ਦੇਖ ਲਿਆ ਸੀ। ਔਰ ਉਹਨਾਂ ਨੂੰ ਇਹ ਲੱਗਾ ਕਿ ਨਹੀਂ ਭਾਈ ਇਹ ਫਰੰਗੀ ਨੂੰ ਕੱਢਣਾ ਜ਼ਰੂਰ। ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਵਿਚਾਰਿਆਂ ਦਾ ਐਫਰਟ ਅਲਟੀਮੇਟਲੀ ਹਿੰਦੂ ਨੈਸ਼ਨਲਿਸਟ ਨੇ ਆਪਣੇ ਖਾਤੇ 'ਚ ਪਵਾਇਆ। ਸੋ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਭਾਈ, ਔਰ ਮੈਂ ਤਾਂ ਕਦੇ ਇਸ ਤੋਂ ਉਪਰਾਮ ਨਹੀਂ ਹੁੰਦਾ ਕਿ ਵੀ ਪੰਜਾਬ 'ਚ ਕੌਣ ਕੀ ਕਹਿੰਦਾ ਹੈ। ਉਹ ਤਾਂ ਇਹਨਾਂ ਸਾਰੀਆਂ 3 ਸਪੀਚਸ ਸਾਡੀਆਂ ਸਰੀ 'ਚ ਰਹੀਆਂ ਨੇ, ਫਰਾਈਡੇ ਦੀ ਮੇਨ ਦਸ਼ਮੇਸ਼ ਦਰਬਾਰ 'ਚ, ਤਾਂ 2 ਪ੍ਰੈਜੈਂਟੇਸ਼ਨਸ ਪੈਰੇਡ ਵਾਲੇ ਦਿਨ। ਔਰ ਉਹਦੇ 'ਚ ਮੈਂ ਅਕਸਰ ਇਹੀ ਸਰ ਕਪੂਰ ਸਿੰਘ ਹੋਰਾਂ ਦੇ ਅਲਫਾਜ਼ ਦੁਹਰਾਉਂਦਾ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ। ਖਾਲਸਾ ਇੱਕ ਐਸਾ ਸਾਜ਼ ਹੈ ਜਿਹਦੀ ਟਿਊਨਿੰਗ ਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ। ਸਿਰਫ ਠੀਕ ਨੋਟ ਤੇ ਹੱਥ ਰੱਖਣ ਦੀ ਲੋੜ ਹੈ, ਇਹਨੇ ਗੁੰਜਾਰਾਂ ਪਾ ਦੇਣੀ। ਉਹ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਕਰੰਟ ਭਾਈ ਅੰਮ੍ਰਿਤਪਾਲ ਸਿੰਘ ਤੱਕ, ਭਾਵੇਂ ਹਰ ਪਰਸਨੈਲਿਟੀ ਨਾਲ ਹਰ ਇੱਕ ਦਾ ਕੰਪੈਰੀਜ਼ਨ ਨਹੀਂ ਹੈ। 20ਵੀਂ ਸਦੀ 'ਚ ਅਸੀਂ ਜਰਨੈਲ ਸਿੰਘ ਖਾਲਸਾ ਪਿੰਡ ਵਾਲਿਆਂ ਦਾ ਦੇਖਿਆ। ਉਸ ਤੋਂ ਪਹਿਲਾਂ 1920 ਦੀ ਅਕਾਲੀ ਮੂਵਮੈਂਟ, ਸਾਕਾ ਨਨਕਾਣਾ ਸਾਹਿਬ ਤੋਂ ਗੁਰੂ ਕੇ ਬਾਗ ਤੱਕ ਕਿਵੇਂ ਸਿਰਾਂ ਤੇ ਕਫਨ ਬਣ ਕੇ ਸ਼ਹੀਦੀਆਂ ਦੇ ਲਈ ਗੱਭਰੂ ਨਿਕਲੇ। ਔਰ ਹੁਣ ਦੇ ਦੌਰ 'ਚ ਵੀ ਅਸੀਂ ਦੇਖਦੇ ਹਾਂ ਕਿ ਭਾਈ ਉਹੀ ਸਪਿਰਿਟ ਕਾਇਮ ਹੈ। ਸੋ ਇਹ ਨਹੀਂ ਹੈ ਪੰਜਾਬ ਦੀ ਧਰਤੀ ਦੇ ਉੱਤੇ ਸਤਿਗੁਰਾਂ ਦੀ ਇੰਨੀ ਕਮਾਈ ਹੈ, ਇੰਨੀ ਉਹ ਜ਼ਰਖੇਜ਼ ਹੈ ਸ਼ਹੀਦਾਂ ਦੀ ਧਰਤੀ, ਕਿ ਉੱਥੋਂ ਅਣਖਾਂ ਦੇ ਵਾਰਸ ਹਮੇਸ਼ਾ ਹੀ ਨਿਕਲਣਗੇ। ਲੇਕਿਨ ਜੇ ਕੋਈ ਕਿਸੇ ਚੀਜ਼ ਦੀ ਕਮੀ ਹੈ, ਜੋ ਅਸੀਂ ਵੀ ਆਲਮੋਸਟ 4 ਦਹਾਕਿਆਂ ਤੋਂ ਜ਼ਿਆਦਾ ਦੇ ਐਕਟਿਵਿਜ਼ਮ ਬਾਅਦ ਦੇਖਿਆ, ਲੋਕਾਂ ਦਾ ਇੱਕ ਕ੍ਰੈਡੀਬਲ ਲੀਡਰਸ਼ਿਪ ਤੇ ਵਿਸ਼ਵਾਸ ਕਿ ਭਾਈ ਇਹ ਸਾਨੂੰ ਲਿਬਰੇਟ ਕਰਵਾ ਕੇ ਦੇ ਸਕਦੇ ਨੇ, ਜਿਹੜੀ ਅਨਬਲੈਮਿਸ਼ਡ ਹੋਏ। ਹੁਣ ਉਹਦੇ ਜਦੋਂ ਅਸੀਂ ਕਹਿੰਦੇ ਭੰਬਲ ਭੂਸੇ ਦਾ ਹਥਿਆਰ ਦੁਸ਼ਮਣ ਤਾਂ ਕਰਦਾ ਹੀ ਕਰਦਾ, ਆਪਣੇ ਜਿਹੜੇ ਨੇ
ਜਿਹੜੇ ਆਪ ਚੱਲ ਕੇ ਥੱਕ ਗਏ ਜਾਂ ਬਹਿ ਗਏ ਜਾਂ ਪਤਾ ਨਹੀਂ ਕੀ ਹੈ, ਉਹੀ ਸਭ ਤੋਂ ਜ਼ਿਆਦਾ ਸ਼ੱਕ ਦੀਆਂ ਗੱਲਾਂ ਖੜੀਆਂ ਕਰ ਦਿੰਦੇ ਨੇ। ਅਸੀਂ ਦੀਪ ਸਿੱਧੂ ਦੇ ਹਵਾਲੇ ਨਾਲ ਵੀ ਇਸ ਪਾਠ ਨੂੰ ਦੇਖਿਆ, ਹਾਲਾਂ ਕੁਛ ਨੇ ਜਿਹੜੇ ਸਿੱਕੇਬੰਦ ਤੌਰ ਤੇ, ਇਹ ਨਹੀਂ ਹੈ ਵੀ ਇਹਨਾਂ 'ਚ ਕੋਈ ਗਲਤੀਆਂ ਨਹੀਂ ਹੋਣਗੀਆਂ ਜਾਂ ਗਲਤੀਆਂ ਨਹੀਂ ਹੁੰਦੀਆਂ, ਅੱਛਾ, ਪਰ ਸਾਡਾ ਇਹੀ ਕਹਿਣਾ ਹੁੰਦਾ ਹੈ ਕਿ ਭਾਈ ਆਪਣਿਆਂ ਨੂੰ ਅਸੀਂ ਅੰਦਰ ਵਾੜ ਕੇ ਆਪਣਿਆਂ ਵਾਂਗ ਸਮਝਾਈਏ। ਹਿੰਦੂਤਵਾ ਦੇ ਏਜੰਡੇ ਵਾਲੇ ਕਾਮਰੇਡ ਵੀ ਔਰ ਹਿੰਦੂਤਵੀ ਵੀ, ਆਰੀਆ ਸਮਾਜੀ ਵੀ, ਸਨਾਤਨੀ ਵੀ, ਦੇਵ ਸਮਾਜੀ ਵੀ, ਸਾਰੇ ਹੀ ਜਿਹੜੇ ਨੇ ਉਹ ਸਭ ਨਥੂਰਾਮ ਗੋਡਸੇ ਤੋਂ ਲੈ ਕੇ ਆ ਮੌਜੂਦਾ ਮੋਦੀ ਅਮਿਤ ਸ਼ਾਹ ਤੱਕ ਸਭ ਕਾਤਲਾਂ ਨੂੰ ਜਿਹੜਾ ਉਹ ਬੈਕ ਕਰਦੇ ਨੇ। ਅੱਛਾ, ਅਸੀਂ ਜਦੋਂ ਆਪਣੇ ਨੇ ਜਿਹੜੇ ਸਾਫ਼ ਸੁਥਰੇ ਨੇ, ਜਿਨ੍ਹਾਂ ਨੇ ਕਦੇ ਕਿਸੇ ਨੇ ਇਹ ਨਹੀਂ ਕਿਹਾ ਜੀ ਹਿੰਦੂ ਮਾਰ ਦਿਓ ਜਾਂ ਕੋਈ ਨਫ਼ਰਤ ਦੀ ਗੱਲ ਕਿਸੇ ਪ੍ਰਤੀ, ਹਾਂ ਆਪਣੇ ਹੱਕਾਂ ਲਈ ਕਹਿਣਾ, ਤੇ ਇਹਦੇ ਬਾਵਜੂਦ ਸਾਨੂੰ ਨੁਕਸ ਆਪਣਿਆਂ 'ਚ ਨਜ਼ਰ ਆਉਂਦੇ ਨੇ। ਸੋ ਮੈਂ ਸਮਝਦਾ ਵੀ ਗੱਲ ਇਹ ਨਹੀਂ ਹੈ ਕਿ ਲੋਕਾਂ ਦਾ ਇੱਕ ਤਬਕਾ ਤਾਂ ਹੈ ਜਿਹੜਾ ਹਮੇਸ਼ਾ, ਉਹ ਮੁਗਲਾਂ ਦੇ ਵੇਲੇ ਵੀ ਸੀ, ਅੰਗਰੇਜ਼ਾਂ ਵੇਲੇ ਵੀ ਸੀ, ਇੱਕ ਨੇ ਜੁੱਤੀਆਂ ਚਟਣੀਆਂ ਨੇ, ਇੱਕ ਨੇ ਜੁੱਤੀਆਂ ਖਾਣੀਆਂ ਨੇ, ਖਾ ਕੇ ਵੀ ਕਹਿਣਾ ਹਜ਼ੂਰ ਸਾਡੇ ਮਾਈ ਬਾਪ, ਪਰ ਜਿਹੜੇ ਅਣਖ ਗੈਰਤ ਵਾਲੇ ਨੇ ਉਹ ਖਲੋਣਗੇ ਵੀ। ਔਰ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਇਹ ਆਵਾਜ਼ ਬੁਲੰਦ ਜਿਹੜੀ ਹੈ ਉਹ ਗੂੰਜੇਗੀ। ਅਲਟੀਮੇਟਲੀ ਗੁਲਾਮੀ ਦੇ ਸੰਗਲ ਵੀ ਕੱਟੇ ਜਾਣਗੇ ਔਰ ਉਸ ਧਰਤੀ ਦੇ ਉੱਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।